Hello everyone, this is Sakshi Agarwal from Malerkotla. I welcome you all on मेहनती बच्चे. I hope you all are doing well. ਤੁਸੀਂ ਜੋ ਵੀ ਆਪਣੀ ਲਾਈਫ 'ਚ ਕਰ ਰਹੇ ਹੋ ਬਹੁਤ ਵਧੀਆ ਢੰਗ ਨਾਲ ਕਰ ਰਹੇ ਹੋਗੇ. ਆਪਣੀ ਫੈਮਿਲੀ ਦਾ ਤੁਸੀਂ ਬਹੁਤ ਵਧੀਆ ਢੰਗ ਨਾਲ ਧਿਆਨ ਰੱਖ ਰਹੇ ਹੋਗੇ. ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਇੰਪੋਰਟੈਂਟ ਗਵਰਨਮੈਂਟ ਸਕੀਮਸ ਨੂੰ ਡਿਸਕਸ ਕਰਾਂਗੇ. ਓਕੇ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇਸ ਸਾਲ ਜਿਹੜਾ PPSC ਨੇ ਪ੍ਰਿੰਸੀਪਲ ਹੈਡਮਾਸਟਰ BPO ਦੇ ਲਈ ਐਗਜ਼ਾਮ ਲੈਣਾ ਹੈ, ਉਹਦੇ ਵਿੱਚ ਕੁਝ ਮਿਸਲੇਨੀਅਸ ਟੌਪਿਕਸ ਵੀ ਐਡ ਕੀਤੇ ਗਏ ਨੇ ਤੇ ਉਹਨਾਂ ਵਿੱਚੋਂ ਇੱਕ ਟੌਪਿਕ ਗਵਰਨਮੈਂਟ ਸਕੀਮਸ ਵੀ ਹੈ. ਸੋ ਇਹਦੇ ਵਿੱਚ ਆਪਾਂ ਕੁਝ ਇੰਪੋਰਟੈਂਟ ਗਵਰਨਮੈਂਟ ਸਕੀਮਸ ਡਿਸਕਸ ਕਰਾਂਗੇ. ਪਾਰਟ 1 ਹੈ. ਸੋ ਸਭ ਸਟੂਡੈਂਟਸ ਜੋ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਚੈਨਲ ਉੱਪਰ ਇਸ ਐਗਜ਼ਾਮ ਨਾਲ ਰਿਲੇਟਿਡ ਟੈਸਟ ਸੀਰੀਜ਼ ਲਾਂਚ ਹੋ ਚੁੱਕੀ ਹੈ. ਉਹਦੀਆਂ ਡਿਟੇਲਸ ਤੁਸੀਂ ਇਹ ਨੰਬਰ ਦਿੱਤਾ ਇੱਥੇ WhatsApp ਕਰਕੇ ਵੀ ਲੈ ਸਕਦੇ ਹੋ ਜਾਂ ਫਿਰ mehnati@gmail.com ਦੇ ਉੱਪਰ ਤੁਸੀਂ ਈਮੇਲ ਵੀ ਕਰ ਸਕਦੇ ਹੋ. ਓਕੇ, ਅਤੇ ਨਾਲ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਜਿਹਦੇ ਵਿੱਚ ਸਾਰੀ ਡਿਟੇਲਸ ਦੱਸੀਆਂ ਗਈਆਂ ਨੇ. ਇਸ ਤੋਂ ਇਲਾਵਾ ਤੁਹਾਨੂੰ PPSC ਪ੍ਰਿੰਸੀਪਲ ਹੈਡਮਾਸਟਰ BPO ਦਾ ਪੂਰਾ ਕੋਰਸ ਮਿਲ ਜੂਗਾ ਜਿਹਦੇ ਵਿੱਚ ਤਕਰੀਬਨ 101 ਵੀਡੀਓਜ਼ ਐਡ ਕੀਤੀਆਂ ਹੋਈਆਂ. ਇਹ ਸਾਰੀ ਵੀਡੀਓਜ਼ ਤੁਹਾਡੇ ਕੰਮ ਦੀਆਂ ਨੇ. ਇਹਦੇ ਵਿੱਚ ਡਿਫਰੈਂਟ ਸਬਜੈਕਟਸ ਦੀ ਵੀਡੀਓਜ਼ ਐਡ ਕੀਤੀਆਂ ਹੋਈਆਂ. ਸੋ ਇਹ ਦੋਨੋਂ ਵੀਡੀਓਜ਼ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂ, ਉੱਥੇ ਤੁਸੀਂ ਦੇਖ ਸਕਦੇ ਹੋ. ਸੋ ਫਸਟ ਸਕੀਮ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਚੀਜ਼ਾਂ ਦੱਸਣਾ ਚਾਹੁੰਦੀ ਹਾਂ. ਦੇਖੋ, ਸਕੀਮਸ ਨਾਲ ਰਿਲੇਟਿਡ ਵੈਸੇ ਤਾਂ ਬਹੁਤ ਕੁਝ ਹੁੰਦਾ ਹੈ, ਬਟ ਹਰ ਸਕੀਮ ਨਾਲ ਰਿਲੇਟਿਡ ਆਪਾਂ ਸਾਰਾ ਕੁਝ ਯਾਦ ਨਹੀਂ ਰੱਖ ਸਕਦੇ. ਤਾਂ ਮੇਨ ਚੀਜ਼ਾਂ ਤੁਸੀਂ ਯਾਦ ਰੱਖਣੀਆਂ, ਜਿਵੇਂ ਕਿ ਕੋਈ ਸਕੀਮ ਹੈ, ਕਈ ਵਾਰ ਉਹਦੀ ਸ਼ਾਰਟ ਫਾਰਮ ਦਿੱਤੀ ਹੁੰਦੀ ਹੈ ਤਾਂ ਉਹਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ. ਜਿਵੇਂ ਸਪੋਜ਼ ICDS ਦਾ ਮਤਲਬ ਪੁੱਛ ਲੈਣ ਤਾਂ ਕੀ ਹੋਊਗਾ, ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ, ਇਹ ਮਤਲਬ ਹੋਇਆ. ਉਹ ਤੋਂ ਬਾਅਦ ਸੈਕਿੰਡ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੋਈ ਸਕੀਮ ਹੈ, ਠੀਕ ਹੈ, ਉਹਦਾ ਮੇਨ ਓਬਜੈਕਟਿਵ ਕੀ ਹੈ ਲਾਂਚ ਕਰਨ ਦਾ, ਕਾਹਦੇ ਲਈ ਉਹਨੂੰ ਲਾਂਚ ਕੀਤਾ ਗਿਆ, ਉਹਦੇ ਵਿੱਚ ਬੇਸਿਕਲੀ ਕੀ ਗੱਲ ਕੀਤੀ ਗਈ ਹੈ. ਉਹ ਤੋਂ ਬਾਅਦ ਥਰਡ ਤੁਸੀਂ ਦੇਖਣਾ ਕਿ ਉਹ ਸਕੀਮ ਦੇ ਨਾਲ ਰਿਲੇਟਿਡ ਕਿਹੜੇ ਬੈਨੀਫਿਸ਼ਰੀਜ਼ ਹੈ, ਮੀਨਸ ਕਿੰਨਾਂ ਲਈ ਉਹ ਸਕੀਮ ਲਾਂਚ ਕੀਤੀ ਗਈ ਹੈ. ਓਕੇ, ਉਹ ਤੋਂ ਬਾਅਦ ਕੁਝ ਹੋਰ ਫੈਕਟਸ ਹੈ ਉਹ ਮੈਂ ਤੁਹਾਨੂੰ ਨਾਲ ਦੱਸ ਦੂੰਗੀ. ਸੋ ਜਿਹੜੀ ICDS ਸਕੀਮ ਹੈ ਇਹ ਬੇਸਿਕਲੀ ਵਰਲਡਸ ਲਾਰਜੈਸਟ ਐਂਡ ਯੂਨੀਕ ਪ੍ਰੋਗਰਾਮ ਹੈ ਫॉर अर्ਲੀ ਚਾਈਲਡਹੁੱਡ ਕੇਅਰ ਐਂਡ ਡਿਵੈਲਪਮੈਂਟ. ਸੈਂਟਰਲ ਸਪੋਂਸਰਡ ਸਕੀਮ ਹੈ. ਇਹਨੂੰ ਵਰਲਡ ਬੈਂਕ ਅਤੇ UNICEF ਦੇ ਦੁਆਰਾ ਸਪੋਰਟ ਕੀਤਾ ਜਾ ਰਿਹਾ ਹੈ. ਓਕੇ, ਹੁਣ ਵਰਲਡ ਬੈਂਕ ਅਤੇ UNICEF ਦੇ ਤੁਸੀਂ ਹੈੱਡਕੁਆਟਰ ਜ਼ਰੂਰ ਦੇਖਣੇ ਕੀ ਹੈ, ਗੂਗਲ ਕਰਿਓ, ਹਮੇਸ਼ਾ ਤੁਹਾਨੂੰ ਯਾਦ ਰਹਿਣਗੇ. ਵੈਸੇ ਯੂਨਾਈਟਿਡ ਨੇਸ਼ਨ ਵਾਲੀ ਵੀਡੀਓਜ਼ ਜਿਹੜੀਆਂ ਅਪਲੋਡ ਕੀਤੀਆਂ ਹੋਈਆਂ ਚੈਨਲ ਉੱਪਰ ਉਹਨਾਂ ਵਿੱਚ ਵੀ ਡਿਸਕਸ ਕੀਤੇ ਗਏ ਹੈ, ਉਹ ਵੀ ਦੇਖੋ ਜਿਨ੍ਹਾਂ ਨੇ ਉਹ ਨਹੀਂ ਦੇਖਿਆ, ਬਟ ਤੁਸੀਂ ਗੂਗਲ ਵੀ ਕਰਨਾ. ਓਕੇ, ਉਸ ਤੋਂ ਬਾਅਦ ਅਗਰ ਆਪਾਂ ਬੈਨੀਫਿਸ਼ਰੀਜ਼ ਦੀ ਗੱਲ ਕਰੀਏ, ਕੌਣ ਹੈ, ਚਿਲਡਰਨ ਜਿਹੜੇ ਕਿ 0 ਤੋਂ ਲੈ ਕੇ 6 ਇਅਰਸ ਤੱਕ ਨੇ, ਦੈਨ ਪ੍ਰੈਗਨੈਂਟ ਐਂਡ ਲੈਕਟੇਟਿੰਗ ਮਦਰਸ. ਓਕੇ, ਸੋ ਮੇਨ ਤੁਸੀਂ ਆਹ ਚੀਜ਼ਾਂ ਯਾਦ ਰੱਖਣੀਆਂ. ਲਾਂਚ ਕਦੋਂ ਹੋਈ, ਇਹ ਚੀਜ਼ ਕਈ ਵਾਰ ਪੁੱਛ ਵੀ ਲੈਂਦੇ ਆ, ਨਹੀਂ ਵੀ. ਸੋ ਇਹਦੇ ਲਈ ਵੀ ਇੱਕ ਵਾਰ ਦੇਖ ਲੈਂਦੇ ਹਾਂ. ਇਹ ਜਿਹੜੀ ਸਕੀਮ ਹੈ ਉਹਨੂੰ ਬੇਸਿਕਲੀ 2 ਅਕਤੂਬਰ 1975 ਨੂੰ ਲਾਂਚ ਕੀਤਾ ਗਿਆ ਸੀ. ਉਹ ਤੋਂ ਬਾਅਦ ਥੋੜ੍ਹੀ ਦੇਰ ਲਈ ਇਹ ਸਕੀਮ ਨੂੰ ਵਾਪਿਸ ਲੈ ਲਿੱਤਾ ਗਿਆ ਅਤੇ ਫਿਰ ਤੋਂ ਲਾਂਚ ਕੀਤਾ ਗਿਆ ਸੀ ਬਾਈ 10th 5-year ਪਲਾਨ. ਓਕੇ, ਉਹ ਤੋਂ ਬਾਅਦ ਸੋ ਸੈਕਿੰਡ ਡੇ ਸਕੀਮ ਦੇ ਓਬਜੈਕਟਿਵਸ ਦੀ ਅਗਰ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਟੂ ਇੰਪਰੂਵ ਦਾ ਨਿਊਟ੍ਰੀਸ਼ਨਲ ਐਂਡ ਹੈਲਥ ਸਟੇਟਸ ਆਫ ਚਿਲਡਰਨ ਇਨ ਦਾ ਏਜ ਗਰੁੱਪ ਆਫ 0 to 6 years. Then to lay the foundation for proper psychological, physical, social development of the children. Third is to reduce the incidence of mortality, morbidity, malnutrition and school dropout. Then to achieve effective coordination of policy and implementation amongst the various departments to promote child development. And the last is to enhance the capability of the mother to look after the normal health and nutritional needs of the child through proper nutrition and health education. ਸਰਵਿਸਿਜ਼ ਕਿਹੜੇ ਇਹਦੇ ਅੰਦਰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਸਪਲੀਮੈਂਟਰੀ ਨਿਊਟ੍ਰੀਸ਼ਨ, ਦੈਨ ਪ੍ਰੀ ਸਕੂਲ ਨੋਨ ਫਾਰਮਲ ਐਜੂਕੇਸ਼ਨ, ਦੈਨ ਨਿਊਟ੍ਰੀਸ਼ਨ ਐਂਡ ਹੈਲਥ ਐਜੂਕੇਸ਼ਨ, ਇਮਿਊਨਾਈਜੇਸ਼ਨ, ਹੈਲਥ ਚੈੱਕਅਪ ਐਂਡ ਰੈਫਰਲ ਸਰਵਿਸਿਜ਼. ਸੋ ਸਰਵਿਸਿਜ਼ ਇੱਕ ਵਾਰ ਜ਼ਰੂਰ ਇਹਦੀਆਂ ਯਾਦ ਰੱਖਿਓ ਵੀ ਕਿਹੜੀ ਸਰਵਿਸਿਜ਼ ਹੈ. ਓਕੇ, ਉਹ ਤੋਂ ਬਾਅਦ ਸੈਕਿੰਡ ਸਕੀਮ ਹੈ ਬੇਟੀ ਬਚਾਓ ਬੇਟੀ ਪੜ੍ਹਾਓ. ਓਕੇ, ਜਿਹੜਾ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਹੈ ਉਹਨੂੰ ਜਨ 2015 ਦੇ ਵਿੱਚ ਲਾਂਚ ਕੀਤਾ ਗਿਆ. ਜਿਹੜੀ ਇਹ ਸਕੀਮ ਹੈ ਇਹਦਾ ਮੇਨ ਪਰਪਸ ਕੀ ਹੈ, ਇਹਦਾ ਏਮ ਕੀ ਹੈ, ਐਟ ਪ੍ਰਮੋਟਿੰਗ ਜੈਂਡਰ ਇਕੁਐਲਿਟੀ ਐਂਡ ਸਿਗਨੀਫਿਕੈਂਸ ਆਫ ਐਜੂਕੇਟਿੰਗ ਗਰਲਸ, ਕਿ ਗਰਲਸ ਨੂੰ ਪੜ੍ਹਾਉਣ ਉਹਨਾਂ ਦੇ ਪੇਰੈਂਟਸ ਅਤੇ ਜੈਂਡਰ ਇਕੁਐਲਿਟੀ ਰਵੇ. ਆਪਾਂ ਦੇਖਦੇ ਹਾਂ ਕਿ ਕਈ ਐਸੀ ਸਟੇਟਸ ਹੈ ਜਿਹਦੇ ਵਿੱਚ ਕੀ ਹੁੰਦਾ, ਅਗਰ ਗਰਲ ਚਾਈਲਡ ਬੋਰਨ ਹੋ ਰਹੀ ਹੈ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਹੈ. ਓਕੇ, ਸੋ ਇਹ ਸਭ ਚੀਜ਼ਾਂ ਨੂੰ ਰੋਕਣ ਦੇ ਲਈ ਇਸ ਸਕੀਮ ਨੂੰ ਲਾਂਚ ਕੀਤਾ ਗਿਆ. ਦ ਸਕੀਮ ਇਜ਼ ਟਾਰਗੇਟਿਡ ਐਟ ਇੰਪਰੂਵਿੰਗ ਦ ਚਾਈਲਡ ਸੈਕਸ ਰੇਸ਼ੋ through multi-sectoral interventions including prevention of gender-based sex selection and promoting girls' education and her holistic empowerment. ਜਿਵੇਂ ਕਈ ਲੋਕ ਕੀ ਕਰਦੇ ਆ, ਜਦੋਂ ਕੋਈ ਵਿਮਨ ਪ੍ਰੈਗਨੈਂਟ ਹੁੰਦੀ ਹੈ ਉਸ ਟਾਈਮ 'ਤੇ ਉਹ ਜੈਂਡਰ ਚੈੱਕ ਕਰਵਾਉਣ ਜਾਂਦੇ ਹੈ ਕਿ ਲੜਕਾ ਹੋ ਰਿਹਾ ਲੜਕੀ ਹੋ ਰਹੀ ਹੈ. ਸੋ ਉਹ ਚੀਜ਼ ਨੂੰ ਰੋਕਣ ਦੇ ਲਈ, ਠੀਕ ਹੈ, ਅਤੇ ਕਈ ਕੀ ਕਰਦੇ ਆ ਪੇਰੈਂਟਸ
ਉਹਨਾਂ ਦੇ ਸਪੋਜ਼ ਗਰਲ ਚਾਈਲਡ ਹੈ, ਬॉय ਚਾਈਲਡ ਹੈ, ਉਹ ਆਪਣੇ ਬॉय ਨੂੰ ਤਾਂ ਬਹੁਤ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਹੈ, ਬਟ ਕੁੜੀਆਂ ਦਾ ਕੀ ਹੁੰਦਾ ਹੈ ਕਿ ਕੁੜੀਆਂ ਨੇ ਅੱਗੇ ਜਾ ਕੇ ਕੰਮ ਹੀ ਕਰਨਾ ਹੈ, ਇਹਨਾਂ ਨੂੰ ਪੜ੍ਹਾਉਣ ਦੀ ਕੀ ਜ਼ਰੂਰਤ ਹੈ। ਓਕੇ, ਸੋ ਸਾਰਾ ਦਿਨ ਉਹਨਾਂ ਨੂੰ ਘਰਾਂ ਦੇ ਕੰਮਾਂ ਵਿੱਚ ਲਗਾਈ ਰੱਖਦੇ, ਉਹਨਾਂ ਨੂੰ ਪੜ੍ਹਨ ਦੀ ਓਪਰਚੁਨਿਟੀ ਨਹੀਂ ਦਿੱਤੀ ਜਾਂਦੀ। ਸੋ ਇਹ ਸਕੀਮ ਜਿਹੜੀ ਆ ਉਹ ਇਹ ਸਭ ਚੀਜ਼ਾਂ ਨਾਲ ਹੀ ਡੀਲ ਕਰਦੀ ਹੈ। ਓਕੇ, ਦੈਨ ਨੈਕਸਟ ਹੈ ਇਟਸ ਟਰੀ ਮਿਨਿਸਟਰਲ ਐਫਰਟ ਆਫ। ਹੁਣ ਕਿਹੜੀ ਕਿਹੜੀ ਮਿਨਿਸਟਰੀਜ਼ ਨੇ ਮਿਲ ਕੇ ਇਹਨੂੰ ਲਾਂਚ ਕੀਤਾ ਹੋਇਆ? ਮਿਨਿਸਟਰੀਜ਼ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ, ਹੈਲਥ ਐਂਡ ਫੈਮਿਲੀ ਵੈਲਫੇਅਰ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ। ਇਹ ਤਿੰਨੋਂ ਮਿਨਿਸਟਰੀਜ਼ ਦਾ ਨਾਮ ਤੁਸੀਂ ਯਾਦ ਰੱਖਿਓ। ਉਹ ਤੋਂ ਬਾਅਦ ਮੇਨ ਓਬਜੈਕਟਿਵਸ ਕੀ ਹੈ? ਟੂ ਪ੍ਰੀਵੈਂਟ ਜੈਂਡਰ ਬਾਏ ਸੈਕਸ ਸਿਲੈਕਟਿਵ ਐਲੀਮੀਨੇਸ਼ਨ, ਕਿ ਜੈਂਡਰ ਦੇ ਬੇਸ 'ਤੇ ਤੁਹਾਨੂੰ ਮੈਂ ਦੱਸਿਆ ਨਾ ਪ੍ਰੈਗਨੈਂਸੀ ਦੇ ਟਾਈਮ ਜੈਂਡਰ ਦੇਖ ਲੈਂਦੇ ਆ ਵੀ ਕਿਹੜਾ, ਉਹਦੇ ਬੇਸਿਸ 'ਤੇ ਉਹ ਐਲੀਮੀਨੇਟ ਕਰ ਦਿੰਦੇ ਆ ਗਰਲ ਚਾਈਲਡ ਨੂੰ। ਸੋ ਉਹ ਚੀਜ਼ ਨੂੰ ਰੋਕਣਾ। ਦੈਨ ਟੂ ਇਨਸ਼ੋਰ ਦਾ ਪ੍ਰੋਟੈਕਸ਼ਨ ਐਂਡ ਸਰਵਾਈਵਲ ਆਫ ਗਰਲ ਚਾਈਲਡ ਐਂਡ ਇਨਸ਼ੋਰਿੰਗ ਐਜੂਕੇਸ਼ਨ ਐਂਡ ਪਾਰਟੀਸੀਪੇਸ਼ਨ ਆਫ ਗਰਲ ਚਾਈਲਡ। ਇੱਕ ਤਾਂ ਮੇਨ ਇਹਦੇ ਵਿੱਚ ਗਰਲ ਚਾਈਲਡ ਦੀ ਐਜੂਕੇਸ਼ਨ ਦੇ ਉੱਪਰ ਧਿਆਨ ਦੇਣ ਦੀ ਗੱਲ ਕੀਤੀ ਗਈ ਹੈ, ਅਤੇ ਨੈਕਸਟ ਕੀ ਹੈ? ਗਰਲ ਚਾਈਲਡ ਨੂੰ ਬਚਾਉਣ ਦੀ ਗੱਲ ਕੀਤੀ ਗਈ ਹੈ ਕਿ ਪ੍ਰੈਗਨੈਂਸੀ ਦੇ ਦੌਰਾਨ ਹੀ ਉਹਨੂੰ ਨਾ ਮਾਰਿਆ ਜਾਵੇ। ਓਕੇ, ਸੋ ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਥਰਡ ਸਕੀਮ ਹੈ ਆਯੁਸ਼ਮਾਨ ਭਾਰਤ ਯੋਜਨਾ, ਅਤੇ ਇਹਦਾ ਅਦਰ ਨੇਮ ਕੀ ਹੈ? PM ਜਨ ਆਰੋਗਯ ਯੋਜਨਾ। PM ਜਨ ਆਰੋਗਯ ਯੋਜਨਾ ਜਾਂ ਫਿਰ ਆਯੁਸ਼ਮਾਨ ਭਾਰਤ ਯੋਜਨਾ, ਦੋਨੋਂ ਨਾਮ ਤੁਸੀਂ ਯਾਦ ਰੱਖਿਓ। ਓਕੇ, ਆਯੁਸ਼ਮਾਨ ਭਾਰਤ ਔਰ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ by the Prime Minister Shri Narendra Modi on September 23, 2018 at Ranchi, Jharkhand। ਬੇਸਿਕਲੀ ਇਹਨੂੰ 23 ਸੈਪਟੰਬਰ 2018 ਝਾਰਖੰਡ ਦੇ ਰਾਂਚੀ ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ ਸੀ। ਓਕੇ, ਅੰਡਰ ਦਾ ਵਿਜ਼ਨ ਆਫ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਸ਼ੈਲ ਬੀ ਇੰਪਲੀਮੈਂਟਡ ਸੋ ਦੈਟ ਈਚ ਐਂਡ ਐਵਰੀ ਸਿਟੀਜ਼ਨ ਰਿਸੀਵ ਹਿਜ਼ ਡਿਊ ਸ਼ੇਅਰ ਆਫ ਹੈਲਥ ਕੇਅਰ। ਇਹ ਕਿਹਦੇ ਨਾਲ ਰਿਲੇਟਿਡ ਹੈ? ਹੈਲਥ ਕੇਅਰ ਨਾਲ। With Ayushman Bharat Pradhan Mantri Jan Arogya Yojana, the government is taking healthcare protection to a new aspirational level, ਕਿ ਇਹਦੇ ਨਾਲ ਜਿਹੜੀ ਹੈਲਥ ਕੇਅਰ ਸਰਵਿਸਿਜ਼ ਹੈ ਇੰਡੀਆ ਦੇ ਵਿੱਚ ਉਹ ਇੱਕ ਨਵੇਂ ਹੀ ਲੈਵਲ 'ਤੇ ਪਹੁੰਚ ਰਹੀਆਂ ਨੇ ਇਹ ਸਕੀਮ ਦੇ ਲਾਂਚ ਹੋਣ ਦੇ ਨਾਲ। ਦਿਸ ਇਜ਼ ਦਾ ਵਰਲਡਸ ਲਾਰਜੈਸਟ ਗਵਰਨਮੈਂਟ ਫੰਡਡ ਹੈਲਥ ਕੇਅਰ ਪ੍ਰੋਗਰਾਮ। ਵੈਰੀ ਇੰਪੋਰਟੈਂਟ ਫੈਕਟ, ਸਿੱਧਾ ਪੇਪਰ 'ਚ ਪੁੱਛ ਲੈਂਦੇ ਆ ਕਿ ਜਿਹੜੀ ਇਹ ਸਕੀਮ ਹੈ ਉਹ ਵਰਲਡ ਦਾ ਲਾਰਜੈਸਟ ਗਵਰਨਮੈਂਟ ਫੰਡਡ ਹੈਲਥ ਕੇਅਰ ਪ੍ਰੋਗਰਾਮ ਹੈ, ਜਿਹਦੇ ਵਿੱਚ 50 ਕਰੋੜ ਬੈਨੀਫਿਸ਼ਰੀਜ਼ ਨੂੰ ਟਾਰਗੇਟ ਕੀਤਾ ਗਿਆ। ਹੁਣ ਇਹਦੇ ਬਾਰੇ ਕੁਝ ਹੋਰ ਇੰਪੋਰਟੈਂਟ ਚੀਜ਼ਾਂ ਦੇਖਦੇ ਹਾਂ ਕਿ ਇਸ ਸਕੀਮ ਦੇ ਅੰਡਰ ਕੀ ਕੀ ਬੈਨੀਫਿਟਸ ਮਿਲਣਗੇ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਵਿਲ ਪ੍ਰੋਵਾਈਡ ਅ ਕਵਰ ਆਫ ₹5 ਲੱਖ ਪਰ ਫੈਮਲੀ ਪਰ ਈਅਰ। 5 ਲੱਖ ਪਰ ਫੈਮਲੀ ਪਰ ਈਅਰ ਮਿਲੂਗਾ ਫॉर ਸੈਕੰਡਰੀ ਐਂਡ ਟਰਸ਼ਰੀ ਕੇਅਰ ਹੌਸਪੀਟਲਾਈਜੇਸ਼ਨ। ਸੈਕੰਡਰੀ ਕੇਅਰ ਦੇ ਲਈ ਵੀ ਅਤੇ ਟਰਸ਼ਰੀ ਕੇਅਰ ਲਈ ਵੀ। ਓਕੇ, ਉਹ ਤੋਂ ਬਾਅਦ ਨੈਕਸਟ ਹੈ over 10.7 crore vulnerable entitled families, that is approximately 50 crore beneficiaries will be eligible for these benefits. PMJY will provide cashless and paperless access to services, ਕਿਉਂਕਿ ਅਗਰ ਕੈਸ਼ਲੈਸ ਸਰਵਿਸਿਜ਼ ਨਹੀਂ ਹੁੰਦੀਆਂ ਤਾਂ ਕੀ ਹੁੰਦਾ, ਮਿਡਲਮੈਨ ਘਪਲਾ ਕਰ ਦਿੰਦੇ ਇੱਧਰ ਉੱਧਰ। ਸੋ ਇਹਦੇ ਵਿੱਚ ਕੈਸ਼ਲੈਸ ਅਤੇ ਪੇਪਰਲੈਸ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਗਈਆਂ ਫॉर ਦ ਬੈਨੀਫਿਸ਼ਰੀ ਐਟ ਦ ਪੁਆਇੰਟ ਆਫ ਸਰਵਿਸ। ਓਕੇ, then PMJY will help reduce catastrophic expenditure for hospitalizations, which improvises people and will help mitigate the financial risk arising out of catastrophic health episodes। ਹੁਣ ਕੀ ਹੁੰਦਾ, ਸਪੋਜ਼ ਕਰੋ ਕੋਈ ਪਰਸਨ ਬਹੁਤ ਗਰੀਬ ਹੈ, ਓਕੇ, ਅਤੇ ਅਗਰ ਉਹ ਪਰਸਨ ਨੂੰ ਕੈਂਸਰ ਜੈਸੀ ਬਿਮਾਰੀ ਹੋ ਜਾਂਦੀ ਹੈ ਜਾਂ ਕੋਈ ਵੀ ਹੋਰ ਖਤਰਨਾਕ ਬਿਮਾਰੀ ਹੋ ਜਾਂਦੀ ਹੈ, ਠੀਕ ਹੈ, ਇੱਕ ਤਾਂ ਉਹ ਪਹਿਲਾਂ ਹੀ ਗਰੀਬ ਹੈ ਅਤੇ ਉਹਦੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਉਹ ਆਪਣਾ ਇਲਾਜ ਕਰਵਾ ਸਕੇ, ਤਾਂ ਹੋਰ ਉਹਦੇ ਉੱਪਰ ਬਰਡਨ ਪੈ ਜਾਂਦਾ। ਸੋ ਇਹ ਚੀਜ਼ ਨੂੰ ਐਲੀਮੀਨੇਟ ਕਰਨ ਦੇ ਲਈ ਹੀ ਇਹ ਸਕੀਮ ਹੈ ਜਿਹੜੀ ਬੇਸਿਕਲੀ ਉਹ ਲਾਂਚ ਕੀਤੀ ਗਈ ਹੈ। ਓਕੇ, ਇਹਦੇ ਵਿੱਚ ਜਿਹੜੀ ਉਹਦਾ ਪੂਰਾ ਖਰਚਾ ਹੋਊਗਾ ਉਹ ਕੌਣ ਉਠਾਊ? ਗਵਰਨਮੈਂਟ ਉਠਾਊ, ਅਤੇ ਪੂਰਾ ਵਰਕ ਕੈਸ਼ਲੈਸ ਹੋਊ, ਪੇਪਰਲੈਸ ਹੋਊ, ਸੋ ਕੋਈ ਘਪਲਾ ਵੀ ਨਹੀਂ ਹੋ ਸਕਦਾ ਇਹਦੇ ਵਿੱਚ। ਓਕੇ, then entitled families will able to use the quality health services they need without facing financial hardships. When fully implemented, PMJY will become the world's largest fully government financed health protection scheme. It is visionary step towards advancing the agenda of universal health coverage। ਬਸ ਤੁਸੀਂ ਮੇਨ ਗੱਲ ਕੀ ਯਾਦ ਰੱਖਣੀ ਹੈ ਕਿ ਜਿਹੜੀ ਇਹ ਵਾਲੀ ਸਕੀਮ ਹੈ ਉਹਦੇ ਵਿੱਚ ਕਿੰਨੇ ਪੈਸੇ ਦਿੱਤੇ ਜਾਣਗੇ? 5 ਲੱਖ ਰੁਪੀਜ਼ ਪਰ ਫੈਮਲੀ ਪਰ ਈਅਰ, ਅਤੇ ਇਹ ਸੈਕੰਡਰੀ ਅਤੇ ਟਰਸ਼ਰੀ ਕੇਅਰ ਹੌਸਪੀਟਲਾਈਜੇਸ਼ਨ ਦੋਨਾਂ ਦੇ ਲਈ ਹੈ, ਅਤੇ ਇਹਦੇ ਵਿੱਚ ਟੋਟਲ 10.7 ਕਰੋੜ ਫੈਮਲੀਜ਼ ਨੂੰ ਟਾਰਗੇਟ ਕੀਤਾ ਗਿਆ। ਓਕੇ, ਅਤੇ ਜਿਹੜੀ ਇਹ ਸਰਵਿਸ ਹੈ ਉਹ ਕੈਸ਼ਲੈਸ ਅਤੇ ਪੇਪਰਲੈਸ ਹੈ। ਮੇਨ ਤੁਸੀਂ ਇਹ ਚੀਜ਼ਾਂ ਯਾਦ ਰੱਖਣੀਆਂ। ਉਹ ਤੋਂ ਬਾਅਦ
सो नैक्सट स्कीम है प्रधानमंत्री उज्जवला योजना जिन्हों PMUY भी बोलते हैं। ओके, हुण सब तो पहला जी ये स्कीम है द एम की है टू प्रोवाइड LPG दैट इज़ लिक्विफाइड पेट्रोलियम गैस कनैक्शनस देने पुअर हाउस होल्ड्स नूं। अंडर द स्कीम एन एडल्ट विमेन member of the below poverty line family identified through socio economic caste census। कई बार पेपर क्वेश्चन आया हुआ है डिफरेंट एग्जाम्स दे विच कि ਜਿਹੜੇ ਇਹਦੇ ਬੈਨੀਫੀਸ਼ਰੀਜ਼ ਹੈ ਇਹ ਵਾਲੀ ਸਕੀਮ ਦੇ ਅੰਡਰ ਉਹਨਾਂ ਨੂੰ ਕਿਵੇਂ ਪਹਿਚਾਣ ਕੀਤੀ ਜਾਂਦੀ ਹੈ, ਉਹਨਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਥਰੂ ਸੋਸ਼ੋ ਇਕਨੋਮਿਕ ਕਾਸਟ ਸੈਂਸਸ 2011। okay, is given a deposit free LPG connection with financial assistance of ₹1600 per connection by the center। ਇਹਦੇ ਵਿੱਚ ਬੇਸਿਕਲੀ ਆਪਾਂ ਜਿਵੇਂ ਗੈਸ ਯੂਜ਼ ਕਰਦੇ ਹਾਂ ਨਾ ਘਰ ਦੇ ਵਿੱਚ, ਸਿਲੰਡਰ ਯੂਜ਼ ਕਰਦੇ ਹਾਂ ਗੈਸ ਵਾਲਾ, ਸੋ ਉਹ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤਾ ਜਾਂਦਾ ਹੈ ਉਹ ਵਿਮਨ ਨੂੰ ਜਿਹੜੇ ਕਿ ਬਿਲੋ ਪਾਵਰਟੀ ਲਾਈਨ ਹੈ। Then identification of households, the method कि eligible household will be identified in consultation with state government and union territories। The scheme is being implemented by Ministry of Petroleum and Natural Gas। ये भी याद रखना है भी केड़ी मिनिस्ट्री इंप्लीमेंट कर रही है, मिनिस्ट्री ऑफ पेट्रोलियम एंड नैचुरल गैस। वेरी इंपॉर्टेंट फैक्ट। तो एम मेन इहदा याद रखना है किहड़ा है ते किस दे बेसिस दे उपर विमेन नूं सिलैक्ट किया गया, ये भी तुसीं याद रखोगे। ओके, नैक्सट हुण इस स्कीम के कुछ होर ऑबजैक्टिव्स देखते हैं। पहला इंपावरिंग विमेन एंड प्रोटैक्टिंग देयर हैल्थ। देखो हुण तुसीं देखिया होगा स्पैशली विलेजिस दे विच, ठीक है, हुण जिवें गोबर का यूज़ करते हैं या फिर कोयले का यूज़ करते हैं खाना बनाने दे लई, मीनस गैस चलाने दे लई, तो उहदे नाल बहुत ज़्यादा धुआं क्रिएट हुंदा है और धुएं दे नाल हैल्थ उपर बहुत इफैक्ट पैंदा है। सो वो चीज़ नूं रोकण दे लई ही कि वो जिहड़ी विमेन है वो मैथड नूं छड्ड के LPG गैस यूज़ करन। मेन मोटिव इस स्कीम नूं लॉन्च करन दा यही है। सो इहदे विच की ऑबजैक्टिव है इंपावरिंग वुमेन एंड प्रोटैक्टिंग देयर हेल्थ, then reducing the serious health hazards associated with cooking based on fossil fuels। okay, then reducing the number of deaths in India due to unclean cooking fuel। उस तो बाद है preventing young children from significant number of acute respiratory illness caused due to indoor air pollution by burning the fossil fuels। ਇੱਕੋ ਹੀ ऑब्जेक्टिव मतलब ਇਹਨਾਂ ਨੇ 4 ऑब्जेक्टिव बनाते बेसिकली एक गल ਨੂੰ ਲੈ ਕੇ ਹੀ कि मेन ਹੈਲਥ ਬਚਾਣੀ ਵਿਮਨ ਦੀ ਵੀ, ਉਹਨਾਂ ਦੇ ਫੈਮਿਲੀ ਮੈਂਬਰਸ ਦੀ ਵੀ, ਬਿਕੋਜ਼ ਜਦੋਂ ਫੋਸਿਲ ਫਿਊਲਸ ਦਾ ਯੂਜ਼ ਕਰਕੇ ਬਰਨ ਕਰਦੀਆਂ ਨੇ ਕੁੱਕ ਕਰਨ ਦੇ ਲਈ ਤਾਂ ਉਸ ਟਾਈਮ 'ਤੇ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, 에ਅਰ ਪੋਲਿਊਸ਼ਨ, ਜਿਹਦੀ ਵਜ੍ਹਾ ਤੋਂ ਕਾਫੀ ਜ਼ਿਆਦਾ ਰੈਸਪੀਰੇਟਰੀ ਪ੍ਰੋਬਲਮਸ ਹੋ ਸਕਦੀਆਂ ਨੇ। ਸੋ ਉਹ ਚੀਜ਼ ਨੂੰ ਐਲੀਮੀਨੇਟ ਕਰਨ ਦੇ ਲਈ ਇਸ ਸਕੀਮ ਨੂੰ ਲਾਂਚ ਕੀਤਾ ਗਿਆ। ਓਕੇ, ਦੈਨ ਹੁਣ ਨੈਕਸਟ ਆਪਣੇ ਕੋਲ ਸਕੀਮ ਹੈ ਆਪਰੇਸ਼ਨ ਡਿਜੀਟਲ ਬੋਰਡ। ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੋ ਕਿ ਜਿਹੜੀ ਇੱਕ ਸਿੰਪਲ ਕਲਾਸ ਹੈ ਉਹਨੂੰ ਡਿਜੀਟਲ ਕਲਾਸਰੂਮ ਦੇ ਵਿੱਚ ਕਨਵਰਟ ਕਰਨਾ, ਇਹੀ ਇਸ ਸਕੀਮ ਦਾ ਮੇਨ ਮੋਟਿਵ ਹੈ। ਇਹਦੇ ਵਿੱਚ ਬੇਸਿਕਲੀ ਕੀ ਕਿਹਾ ਗਿਆ ਕਿ 9th ਕਲਾਸ ਤੇ ਜਿਹੜੀ ਹਾਇਰ ਕਲਾਸਿਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਿੰਪਲ ਬੋਰਡ ਦੀ ਬਜਾਏ ਡਿਜੀਟਲ ਬੋਰਡ ਦਾ ਯੂਜ਼ ਕੀਤਾ ਜਾਵੇ। ਓਕੇ, ਜਿਹੜੀ ਗਵਰਨਮੈਂਟ ਏਡਿਡ ਸਕੂਲਸ ਨੇ ਸਪੈਸ਼ਲੀ ਉਹਨਾਂ ਵਿੱਚ। ਸੋ ਏਮਸ ਐਟ ਕਨਵਰਟਿੰਗ ਅ ਡਿਜੀਟਲ ਕਲਾਸਰੂਮ ਇਨਟੂ aims at converting a classroom into digital classroom, availability of e-resources at any time at any place to students। okay, then provisioning of personalized adaptive learning as well as intelligent tutoring by exploiting emerging technologies like machine learning, artificial intelligence and data analytics। then implementation in higher education। कौन implement करूगा इस स्कीम ਨੂੰ हायर education institutes ਦੇ ਵਿੱਚ UGC ਦੁਆਰਾ ਕੀਤਾ ਜਾਊਗਾ। UGC will be implementing agency for OBD in higher educational institutions। ਸਿੱਧਾ ਪੇਪਰ 'ਚ ਕੁਐਸਚਨ ਆ ਸਕਦਾ ਹੈ ਕਿ ਜਿਹੜੇ ਹਾਇਰ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ ਉਹਨਾਂ ਵਿੱਚ ਆਪਰੇਸ਼ਨਲ ਡਿਜੀਟਲ ਬੋਰਡ ਨੂੰ ਕੌਣ ਇੰਪਲੀਮੈਂਟ ਕਰੂਗਾ? UGC। ਸੋ ਇੱਕ ਤੁਹਾਨੂੰ ਹੋਰ ਟਾਸਕ ਦੇ ਰਹੀ ਹਾਂ ਮੈਂ ਕਿ ਤੁਸੀਂ UGC ਦੇ ਬਾਰੇ ਦੇਖਣਾ ਅਤੇ ਕਮੈਂਟਸ 'ਚ ਦੱਸਣਾ ਹੈ, ਬਿਕੋਜ਼ UGC ਬਹੁਤ ਇੰਪੋਰਟੈਂਟ ਹੈ। ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ ਤਾਂ ਤੁਸੀਂ ਇਹਦੇ ਉੱਪਰ ਸਰਚ ਕਰਨੀ ਹੈ ਖੁਦ। ਓਕੇ, then implementation in schools। ਹੁਣ ਇਹਨੂੰ ਕਿਵੇਂ ਇੰਪਲੀਮੈਂਟ ਕਰਵਾਇਆ ਜਾ ਰਿਹਾ ਹੈ? digital smart board will be provided in all government and government aided schools having secondary and senior secondary classes। ਉਹ ਸਾਰੇ ਗਵਰਨਮੈਂਟ ਜਾਂ ਗਵਰਨਮੈਂਟ ਏਡਿਡ ਸਕੂਲਸ, ਠੀਕ ਹੈ, ਜਿਨ੍ਹਾਂ ਵਿੱਚ ਸੈਕੰਡਰੀ ਜਾਂ ਸੀਨੀਅਰ ਸੈਕੰਡਰੀ ਕਲਾਸਿਸ ਹੁੰਦੀਆਂ ਉਹਨਾਂ ਵਿੱਚ ਡਿਜੀਟਲ ਅਤੇ ਸਮਾਰਟ ਬੋਰਡਸ ਨੂੰ ਪ੍ਰੋਵਾਈਡ ਕੀਤਾ ਜਾਊਗਾ। Nearly 1.5 lakh secondary and senior secondary schools will be covered under the scheme in collaboration with state and UTs। okay, ਕਿ ਇਹਦੇ ਵਿੱਚ ਟੋਟਲ 1.5 ਲੱਖ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਸ ਨੂੰ ਕਵਰ ਕੀਤਾ ਜਾਊਗਾ। ਬਸ ਮੇਨ ਤੁਹਾਨੂੰ ਦੱਸਿਆ ਨਾ ਕਿ ਸਕੀਮ ਨਾਲ ਰਿਲੇਟਿਡ ਮੇਨ ਫੈਕਟਸ ਤੁਸੀਂ ਯਾਦ ਰੱਖਣੇ ਆ, ਬਿਕੋਜ਼ ਬਾਕੀ ਦੀਆਂ ਹੋਰ ਬਹੁਤ ਚੀਜ਼ਾਂ ਦਿੱਤੀਆਂ ਹੋਣਗੀਆਂ
ठीक है। ਹੁਣ ਅਗਰ ਤੁਹਾਨੂੰ ਪਤਾ ਹੈ ਕਿ ਆਪਰੇਸ਼ਨ ਡਿਜੀਟਲ ਬੋਰਡ ਕਿਹਦੇ ਨਾਲ ਰਿਲੇਟਡ ਹੈ, ਕਿ ਡਿਜੀਟਲ ਕਲਾਸਰੂਮ ਬਣਾਉਣਾ, ਤਾਂ ਉਹਦੇ ਵਿੱਚ ਤੁਸੀਂ ਬਾਕੀ ਦੀਆਂ ਚੀਜ਼ਾਂ ਆਪਣੇ ਆਪ ਇੰਟਰ ਰਿਲੇਟ ਕਰ ਸਕਦੇ ਹੋ। ਓਕੇ, ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਨੈਕਸਟ ਲੈਕਚਰ ਦੇ ਵਿੱਚ। ਆਈ ਹੋਪ ਤੁਹਾਨੂੰ ਸਾਰੀਆਂ ਚੀਜ਼ਾਂ ਅੱਜ ਸਮਝ ਆ ਗਈਆਂ ਹੋਣਗੀਆਂ ਜੋ ਵੀ ਆਪਾਂ ਡਿਸਕਸ ਕੀਤਾ ਹੈ। ਸੋ ਹੈਵ ਅ ਨਾਈਸ ਡੇ, ਬੀ ਸੇਫ, ਥੈਂਕ ਯੂ ਸੋ ਮਚ।